ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ 215 ਬੱਚਿਆਂ ਦੇ ਮਾਮਲੇ ਦੇ ਵਿੱਚ ਦਿੱਤੀ ਜਾਣਕਾਰੀ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਧ ਤੱਕ ਚੁਕਾਏ ਗਏ ਝੰਡੇ। BC ਨੇ ਮਿਨੀਮਮ ਵੇਜ ਵਿੱਚ ਕੀਤਾ ਵਾਅਦਾ, ਔਰਤਾਂ ਨੂੰ ਵੀ ਇਸ ਕਦਮ ਦੇ ਨਾਲ ਹੋਵੇਗਾ ਫਾਇਦਾ। ਟਰੂਡੋ ਦਾ ਭਾਰਤ ਦੇ ਹਾਲਾਤਾਂ ਤੇ ਬਿਆਨ, ਭਾਰਤ ਨੂੰ ਮਦਦ ਭੇਜਣ ਦੇ ਬਾਰੇ ਕੀਤੀ ਗੱਲ। ਐਕਸਪ੍ਰੈਸ ਐਂਟਰੀ ਡਰਾਅ ਨੇ ਫਿਰ ਤੋੜੇ ਰਿਕਾਰਡ, 5000 ਤੋਂ ਵੱਧ ਉਮੀਦਵਾਰਾਂ ਦੀ ਜਾਗੀ ਕਿਸਮਤ। ਕੈਨੇਡਾ ਵਾਲੇ ਨਹੀਂ ਚਾਹੁੰਦੇ ਬਾਰਡਰ ਖੋਲ੍ਹਣਾ, ਪੋਲ ਦੇ ਵਿੱਚ ਹੋਇਆ ਇਸ ਗੱਲ ਦਾ ਖੁਲਾਸਾ। ਸਾਊਥ ਸਰੀ 'ਚ ਆਇਆ ਬਲੱਡ ਕਲੌਟ ਦਾ ਮਾਮਲਾ, ਵਿਅਕਤੀ ਨੇ ਦੱਸੀ ਬਾਕੀਆਂ ਨੂੰ ਖਾਸ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਇੱਕ ਸਾਬਕਾ ਰੈਸੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਮਿਲੇ ਸਨ, ਜਿਸ ਤੋਂ ਬਾਅਦ ਜਗਮੀਤ ਸਿੰਘ ਵੱਲੋਂ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ, ਜਿੱਥੇ ਉਹਨਾਂ ਨੇ ਐਮਰਜੈਂਸੀ ਡਿਬੇਟ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇੱਕ ਖਾਸ ਭਰੋਸਾ ਇਸ ਦੇ ਨਾਲ ਸੰਬੰਧਿਤ ਦਿਵਾਇਆ ਗਿਆ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਪ੍ਰਦਰਸ਼ਨ ਕੀਤੇ ਗਏ ਨੇ, ਜਿੱਥੇ ਝੰਡਿਆਂ ਨੂੰ ਅੱਧਾ ਝੁਕਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ 'ਚੋਂ 215 ਬੱਚਿਆਂ ਦੇ ਰਿਮੇਨਸ ਮਿਲੇ। ਇਸ ਸੰਬੰਧੀ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੰਡੀਜੀਅਸ ਭਾਈਚਾਰੇ ਦੇ ਲਈ ਵਧੇਰੇ ਸਹਿਯੋਗ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ NDP ਲੀਡਰ ਜਗਮੀਤ ਸਿੰਘ ਵੱਲੋਂ 215 ਬੱਚਿਆਂ ਦੇ ਰਿਮੇਨਸ ਸੰਬੰਧੀ ਐਮਰਜੈਂਸੀ ਡਿਬੇਟ ਦੀ ਮੰਗ ਕੀਤੀ ਸੀ। ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਕੇਤ ਦਿੱਤੇ ਗਏ ਨੇ ਕਿ ਉਹ NDP ਲੀਡਰ ਜਗਮੀਤ ਸਿੰਘ ਦੀ ਐਮਰਜੈਂਸੀ ਡਿਬੇਟ ਦੀ ਮੰਗ ਦਾ ਸਮਰਥਨ ਕਰਨ ਦੇ ਲਈ ਤਿਆਰ ਨੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕਿਹਾ ਗਿਆ ਕਿ ਉਹ 3 ਕੈਬਨਿਟ ਮੰਤਰੀਆਂ ਦੇ ਨਾਲ ਗੱਲਬਾਤ ਕਰਨਗੇ ਜੋ ਇਸ ਸਭ ਦੇ ਨਾਲ ਡੀਲ ਕਰਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਘਟਨਾ ਦੇ ਉੱਪਰ ਇੱਕ ਵਾਰ ਫਿਰ ਤੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤਮਾਮ ਇਹਨਾਂ ਵਿਚਾਰਾਂ ਦੀ ਸਾਂਝ ਪਾਈ ਗਈ। ਜ਼ਿਕਰਯੋਗ ਹੈ ਕਿ ਕੈਮਲੂਪਸ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਅੰਗ ਪ੍ਰਾਪਤ ਹੋਏ ਸਨ। ਜਾਣਕਾਰੀ ਦੇ ਮੁਤਾਬਕ ਇਹ ਜੋ ਬੱਚਿਆਂ ਦੇ ਰਿਮੇਨਸ ਮਿਲੇ, ਇਹਨਾਂ ਵਿੱਚੋਂ ਕਈਆਂ ਦੀ ਉਮਰ 3 ਸਾਲ ਦੇ ਕਰੀਬ ਸੀ। ਇਸ ਕਾਰਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰੋਟੈਸਟ ਵੀ ਕੀਤੇ ਗਏ। ਵੈਨਕੂਵਰ ਆਰਟ ਗੈਲਰੀ ਦੇ ਬਾਹਰ ਵੀ ਪ੍ਰੋਟੈਸਟ ਕੀਤਾ ਗਿਆ, ਜਿੱਥੇ ਇਹਨਾਂ ਬੱਚਿਆਂ ਦੀ ਯਾਦ ਦੇ ਵਿੱਚ 215 ਖਾਲੀ ਜੁੱਤੀਆਂ ਰੱਖੀਆਂ ਗਈਆਂ। ਸਰੀ ਦੇ ਵਿੱਚ ਇਸ ਘਟਨਾ ਤੋਂ ਬਾਅਦ ਝੰਡਿਆਂ ਨੂੰ ਝੁਕਾਇਆ ਗਿਆ। 215 ਬੱਚਿਆਂ ਦੀ ਯਾਦ ਦੇ ਵਿੱਚ ਝੰਡਿਆਂ ਨੂੰ ਅੱਧਾ ਝੁਕਾਇਆ ਗਿਆ। ਸਿਟੀ ਆਫ ਸਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਝੰਡਿਆਂ ਨੂੰ 215 ਘੰਟਿਆਂ ਦੇ ਵਾਸਤੇ ਅਜਿਹਾ ਜਾਣੀ ਇਸ ਤਰ੍ਹਾਂ ਹੀ ਰੱਖਿਆ ਜਾਵੇਗਾ। ਸਰੀ ਦੇ ਸਕੂਲ ਡਿਸਟ੍ਰਿਕਟ ਵੱਲੋਂ ਵੀ ਅਜਿਹਾ ਹੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਝੰਡਿਆਂ ਨੂੰ ਅੱਧਾ ਉਦੋਂ ਤੱਕ ਝੁਕਾਇਆ ਜਾਵੇਗਾ ਜਦੋਂ ਤੱਕ ਕੋਈ ਅਗਲਾ ਨੋਟਿਸ ਨਹੀਂ ਆਉਂਦਾ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੀ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਗਿਆ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ ਅਜਿਹਾ ਪ੍ਰੋਵਿੰਸ ਹੈ ਜਿੱਥੇ ਜ਼ਿਆਦਾ ਘੱਟੋ-ਘੱਟ ਤਨਖਾਹ ਜਾਣੀ ਕਿ ਮਿਨੀਮਮ ਵੇਜ ਹੈ। ਇਸ ਦੇ ਨਾਲ ਜ਼ਿਆਦਾਤਰ ਲੋਕਾਂ ਨੂੰ ਫਾਇਦਾ ਹੋਵੇਗਾ, ਖਾਸ ਕਰ ਔਰਤਾਂ ਨੂੰ ਇਸ ਦੇ ਨਾਲ ਫਾਇਦਾ ਹੋਣ ਵਾਲਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਵੱਧ ਮਿਨੀਮਮ ਵੇਜ ਮਿਲੇਗੀ। BC ਦੇ ਵਿੱਚ ਹੁਣ ਮਿਨੀਮਮ ਵੇਜ $14.60 ਤੋਂ ਵੱਧ ਕੇ $15.20 ਕੀਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਜੂਨ 1 ਤੋਂ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਮਿਨੀਮਮ ਵੇਜ ਅਤੇ ਲਿਕਰ ਸਰਵਿਸਿਜ਼ ਨੂੰ ਵੇਜ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਬੀਤੇ 4 ਸਾਲ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਅੰਦਰ ਮਿਨੀਮਮ ਵੇਜ $11.35 ਤੋਂ $15.20 ਹੋ ਗਈ ਹੈ। NDP ਸਰਕਾਰ ਵੱਲੋਂ 2017 ਦੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2021 ਦੌਰਾਨ ਮਿਨੀਮਮ ਵੇਜ $15 ਤੱਕ ਕੀਤੀ ਜਾਵੇਗੀ। ਇਸ ਫੈਸਲੇ ਦੇ ਨਾਲ 4 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ। ਇਸ ਦੇ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਇਮੀਗ੍ਰੈਂਟ ਸ਼ਾਮਲ ਹਨ, ਜਿਨ੍ਹਾਂ ਨੂੰ ਫਾਇਦਾ ਹੋਣ ਵਾਲਾ ਹੈ। ਲੇਬਰ ਮਿਨਿਸਟਰ ਹੈਰੀ ਬੈਂਸ ਵੱਲੋਂ ਦੱਸਿਆ ਗਿਆ ਕਿ ਲਿਕਰ ਸਰਵਿਸਿਜ਼ ਦੀ ਮਿਨੀਮਮ ਵੇਜ ਦੇ ਨਾਲ ਵੀ ਵਿਤਕਰਾ ਹੁੰਦਾ ਰਿਹਾ ਹੈ। ਇਸ ਦੇ ਵਿੱਚ 80% ਔਰਤਾਂ ਕੰਮ ਕਰਨ ਵਾਲੀਆਂ ਨੇ। ਲਿਕਰ ਸਰਵਿਸਿਜ਼ ਦੀ ਮਿਨੀਮਮ ਵੇਜ ਨੂੰ ਜੂਨ 1 ਤੋਂ $13.95 ਤੋਂ ਵਧਾ ਕੇ $15.20 ਪ੍ਰਤੀ ਘੰਟਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਨਰਲ ਮਿਨੀਮਮ ਵੇਜ ਦੇ ਵਿੱਚ 60 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ। ਪਾਰਲੀਮੈਂਟਰੀ ਸੈਕਟਰੀ ਆਫ ਜੈਂਡਰ ਇਕੁਇਟੀ ਗ੍ਰੇਸ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਵੱਡੀ ਗਿਣਤੀ ਮਿਨੀਮਮ ਵੇਜ ਵਰਕਰ ਔਰਤਾਂ ਹਨ ਤੇ ਇਹ ਜੋ ਫੈਸਲਾ ਲਿਆ ਗਿਆ ਹੈ, ਇਸ ਦੇ ਨਾਲ ਔਰਤਾਂ ਨੂੰ ਵੀ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਈਟੀ ਕੈਨੇਡਾ ਦੇ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਉੱਪਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਕਿ ਕੋਵਿਡ ਕ੍ਰਾਈਸਿਸ ਤਦ ਹੀ ਖਤਮ ਹੋ ਸਕਦੇ ਨੇ ਜੇਕਰ ਹਰ ਪਾਸਿਓਂ ਇਹਨਾਂ ਨੂੰ ਖਤਮ ਕੀਤਾ ਜਾਵੇ। ਭਾਰਤ ਨੂੰ ਜੋ ਕੈਨੇਡਾ ਵੱਲੋਂ ਮਦਦ ਭੇਜੀ ਜਾ ਰਹੀ ਹੈ ਇਸ ਦਾ ਜ਼ਿਕਰ ਵੀ ਪ੍ਰਧਾਨ ਮੰਤਰੀ ਨੇ ਕੀਤਾ। ਨਾਲ ਹੀ ਉਹਨਾਂ ਨੇ तमाम ਕੈਨੇਡੀਅਨਸ ਨੂੰ ਮਦਦ ਦੀ ਗੱਲ ਵੀ ਕਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਟਰੂਡੋ ਵੱਲੋਂ तमाम ਕੈਨੇਡੀਅਨਸ ਨੂੰ ਮਦਦ ਦੇ ਵਾਸਤੇ ਕਿਹਾ ਗਿਆ। ਈਟੀ ਕੈਨੇਡਾ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਕਰੋਨਾ ਵਾਇਰਸ ਦੇ ਬਾਰੇ ਵਿੱਚ ਟਰੂਡੋ ਦਾ ਕਹਿਣਾ ਸੀ ਕਿ ਜੋ ਇਸ ਸਮੇਂ ਕਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਦੇ ਵਿੱਚ ਹੋ ਰਿਹਾ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੀਆਂ ਨੇ ਉਹ ਦਿਲ ਨੂੰ ਦਹਿਲਾਉਣ ਵਾਲੀਆਂ ਨੇ। ਕੈਨੇਡਾ ਸਰਕਾਰ ਵੱਲੋਂ ਜੋ ਭਾਰਤ ਨੂੰ ਕਰੋਨਾ ਵਾਇਰਸ ਦੇ ਦੌਰਾਨ ਮਦਦ ਭੇਜੀ ਜਾ ਰਹੀ ਹੈ, ਟਰੂਡੋ ਵੱਲੋਂ ਇਸ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ $10 ਮਿਲੀਅਨ ਭਾਰਤ ਨੂੰ ਭੇਜੇ ਨੇ ਤਾਂ ਕਿ ਮੈਡੀਕਲ ਸਪਲਾਈਜ਼ ਖਰੀਦੀਆਂ ਜਾ ਸਕਣ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਅਸੀਂ ਵੈਂਟੀਲੇਟਰ ਅਤੇ ਹੋਰ ਵੀ ਜ਼ਰੂਰਤ ਦੀਆਂ ਚੀਜ਼ਾਂ ਭੇਜੀਆਂ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਂਡੈਮਿਕ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਇਹ ਹਰ ਪਾਸੇ ਖਤਮ ਨਹੀਂ ਹੋ ਜਾਂਦਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਹੈ। ਉਨ੍ਹਾਂ ਵੱਲੋਂ ਆਪਣੀ ਪਤਨੀ ਦੇ ਨਾਲ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ ਸੀ। ਇਸ ਦੇ ਨਾਲ ਹੀ ਉਹ तमाम ਕੈਨੇਡੀਅਨਸ ਨੂੰ ਵੀ ਲਗਾਤਾਰ ਅਪੀਲ ਕਰ ਰਹੇ ਨੇ ਕਿ ਜਦੋਂ ਉਹਨਾਂ ਦੀ ਵਾਰੀ ਆਵੇ ਕੋਵਿਡ-19 ਵੈਕਸੀਨ ਜ਼ਰੂਰ ਲਗਵਾਇਆ ਜਾਵੇ। ਕੈਨੇਡਾ ਵੱਲੋਂ ਆਪਣੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ 5000 ਤੋਂ ਵੱਧ ਸੱਦੇ ਜਾਰੀ ਕੀਤੇ ਗਏ। ਕੈਨੇਡਾ ਵੱਲੋਂ ਇਸ ਸਾਲ ਦਾ ਚੌਥਾ ਵੱਡਾ ਐਕਸਪ੍ਰੈਸ ਐਂਟਰੀ ਡਰਾਅ ਐਲਾਨਿਆ ਗਿਆ। ਇਸ ਤੋਂ ਪਹਿਲਾਂ ਜੋ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ ਸੀ ਉਸ ਦੇ ਵਿੱਚ 4114 ਸੱਦੇ ਜਾਰੀ ਕੀਤੇ ਗਏ ਸਨ। ਕੈਨੇਡਾ ਵੱਲੋਂ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਵੱਡੇ ਡਰਾਅ ਦੇ ਵਿੱਚ 5956 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਮਈ 31 ਨੂੰ ਕੱਢਿਆ ਗਿਆ ਜਿਸ ਦੇ ਤਹਿਤ ਕਈਆਂ ਦੀ ਪੀਆਰ ਦੇ ਵਾਸਤੇ ਕਿਸਮਤ ਜਾਗੀ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਜਿਨ੍ਹਾਂ ਦੇ ਘੱਟੋ-ਘੱਟ 380 ਸਕੋਰ ਸਨ। ਨਵੇਂ ਡਰਾਅ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਜਿਹੜੇ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅਧੀਨ ਪੀਆਰ ਵਾਸਤੇ ਐਲੀਜੀਬਲ ਸਨ। ਇਨਵਾਈਟਡ ਕੈਂਡੀਡੇਟਸ ਦੇ ਕੋਲ ਘੱਟੋ-ਘੱਟ 1 ਸਾਲ ਦਾ ਸਕਿਲਡ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਸੀ। ਅੱਜ ਜੋ ਡਰਾਅ ਐਲਾਨ ਕੀਤਾ ਗਿਆ ਉਹ ਐਕਸਪ੍ਰੈਸ ਐਂਟਰੀ ਦਾ ਚੌਥਾ ਵੱਡਾ ਡਰਾਅ ਹੈ ਅਤੇ ਅਜਿਹਾ ਦੂਸਰਾ ਵੱਡਾ ਡਰਾਅ ਹੈ ਜਿਸ ਦੇ ਵਿੱਚ ਘੱਟ ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ। ਕੈਨੇਡਾ ਵੱਲੋਂ ਜੋ ਪਿਛਲੀ ਵਾਰ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ 4114 ਇਨਵੀਟੇਸ਼ਨ ਦਿੱਤੇ ਗਏ ਸਨ। ਇਸ ਡਰਾਅ ਦੇ ਵਿੱਚ ਸਕੋਰ ਰਿਕੁਆਇਰਮੈਂਟ 17 ਪੁਆਇੰਟ ਘੱਟ ਸੀ। ਕਰੋਨਾ ਵਾਇਰਸ ਦੇ ਦੌਰਾਨ ਵੀ ਕੈਨੇਡਾ ਵੱਲੋਂ ਲਗਾਤਾਰ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਡਰਾਅ ਕੱਢੇ ਜਾ ਰਹੇ ਨੇ। ਇਨ੍ਹਾਂ ਡਰਾਅ ਦੇ ਤਹਿਤ ਕੈਨੇਡਾ ਰਹਿਣ ਵਾਲਿਆਂ ਨੂੰ ਇਨਵੀਟੇਸ਼ਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੈਨੇਡਾ ਵੱਲੋਂ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਜੋ ਟੀਚਾ ਮਿਥਿਆ ਗਿਆ ਉਸ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਐਲਾਨ ਕੀਤੇ ਜਾ ਰਹੇ ਨੇ ਤੇ ਪੀਆਰ ਸੰਬੰਧੀ ਪ੍ਰੋਗਰਾਮ ਵੀ ਲਿਆਂਦੇ ਜਾ ਰਹੇ ਹਨ। ਹੁਣ ਤੱਕ IRCC ਵੱਲੋਂ ਇਸ ਸਾਲ 74773 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪੀਆਰ ਦੇ ਲਈ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਇਸ ਤੋਂ ਪਹਿਲਾਂ ਫਰਵਰੀ 13 ਨੂੰ ਸਭ ਤੋਂ ਵੱਡਾ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਐਲਾਨ ਕੀਤਾ ਗਿਆ ਸੀ ਜਾਣੀ ਕਿ ਇਸ ਸਾਲ ਦਾ ਸਭ ਤੋਂ ਵੱਡਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਸੀ ਜਿਸ ਦੇ ਵਿੱਚ ਇੱਕੋ ਵਾਰ ਅੰਦਰ 23000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਮਿਲੇ ਸਨ। ਇੱਕ ਪਾਸੇ ਫੈਡਰਲ ਸਰਕਾਰ ਵੱਲੋਂ ਕੈਨੇਡਾ US ਬਾਰਡਰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਵੱਡੀ ਗਿਣਤੀ ਕੈਨੇਡੀਅਨਸ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਅਜੇ ਕੁਝ ਸਮਾਂ ਬਾਰਡਰ ਨੂੰ ਬੰਦ ਰੱਖਿਆ ਜਾਵੇ। ਇਹ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਕੈਨੇਡੀਅਨਸ ਦਾ ਕਹਿਣਾ ਹੈ ਕਿ ਜੇਕਰ ਇਹ ਬਾਰਡਰ ਖੋਲ੍ਹਿਆ ਜਾਵੇਗਾ ਤਾਂ ਉੱਥੇ ਵੈਕਸੀਨੇਸ਼ਨ ਦੇ ਨਾਲ ਜੁੜੇ ਹੋਏ ਪ੍ਰੂਫ ਦੀ ਮੰਗ ਜ਼ਰੂਰ ਕੀਤੀ ਜਾਵੇ। ਕੈਨੇਡੀਅਨਸ ਨੂੰ ਬਾਰਡਰ ਖੋਲ੍ਹਣ ਦੀ ਕੋਈ ਵੀ ਜਲਦੀ ਨਹੀਂ ਹੈ। ਅੱਧੇ ਕੈਨੇਡੀਅਨਸ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਤੱਕ ਬਾਰਡਰ ਨੂੰ ਬੰਦ ਰੱਖਿਆ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਵੱਲੋਂ ਕੈਨੇਡਾ US ਬਾਰਡਰ ਨੂੰ ਮੁੜ ਤੋਂ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਕੈਨੇਡੀਅਨਸ ਨੂੰ ਇਸ ਦੀ ਕੋਈ ਵੀ ਜਲਦੀ ਨਹੀਂ ਹੈ। ਵੱਡੀ ਗਿਣਤੀ ਕੈਨੇਡੀਅਨਸ ਦਾ ਕਹਿਣਾ ਹੈ ਕਿ ਜਦੋਂ ਵੀ ਬਾਰਡਰ ਨੂੰ ਓਪਨ ਕੀਤਾ ਜਾਵੇ ਜਾਣੀ ਕਿ ਖੋਲ੍ਹਿਆ ਜਾਵੇ ਉਦੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੈਕਸੀਨ ਦਾ ਪ੍ਰੂਫ ਦਿਖਾਉਣਾ ਲਾਜ਼ਮੀ ਕੀਤਾ ਜਾਵੇ।
ਇਹ ਸਾਰੀ ਜਾਣਕਾਰੀ ਇੱਕ ਪੋਲ ਤੋਂ ਸਾਹਮਣੇ ਆਈ ਜੋ ਕਿ ਅੰਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ। ਇਸ ਪੋਲ ਤੋਂ ਪਤਾ ਚੱਲਦਾ ਹੈ ਕਿ ਕੈਨੇਡੀਅਨਸ ਨੂੰ ਕੋਵਿਡ-19 ਵਾਇਰਸ ਦੇ ਮੁੜ ਫੈਲਣ ਦਾ ਖਤਰਾ ਹੈ। ਇਸ ਦੇ ਵਾਸਤੇ ਉਹਨਾਂ ਵੱਲੋਂ ਚਿੰਤਾ ਦਿਖਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਮਾਰਚ 2020 ਤੋਂ ਹੀ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ। ਉਦੋਂ ਤੋਂ ਹੀ ਕੈਨੇਡਾ ਅਮਰੀਕਾ ਬਾਰਡਰ ਨੂੰ ਨਾਨ ਐਸੈਂਸ਼ੀਅਲ ਟਰੈਵਲ ਯਾਨੀ ਕਿ ਗੈਰ ਜ਼ਰੂਰੀ ਆਵਾਜਾਈ ਦੇ ਲਈ ਬੰਦ ਕੀਤਾ ਗਿਆ। ਹਰ ਮਹੀਨੇ ਦੋਨਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਹੈ ਕਿ ਬਾਰਡਰ ਨੂੰ ਖੋਲ੍ਹਿਆ ਜਾਣਾ ਹੈ ਜਾਂ ਫਿਰ ਬੰਦ ਰੱਖਿਆ ਜਾਵੇਗਾ। ਹੁਣ ਇਸ ਬਾਰਡਰ ਨੂੰ ਜੂਨ 21 ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਸੰਕੇਤ ਦਿੱਤੇ ਗਏ ਕਿ ਜਦੋਂ ਕੈਨੇਡਾ ਦੇ ਵਿੱਚ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਘੱਟੋ-ਘੱਟ ਇੱਕ ਸ਼ਾਟ ਲੱਗ ਜਾਏਗਾ ਤਾਂ ਫਿਰ ਯਾਤਰਾ ਸੰਬੰਧੀ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਵੱਖ-ਵੱਖ ਸੂਬਿਆਂ ਵੱਲੋਂ ਆਪਣੇ ਰੀਓਪਨਿੰਗ ਪਲਾਨ ਵੀ ਸਾਂਝੇ ਕੀਤੇ ਜਾ ਰਹੇ ਨੇ। ਸਾਊਥ ਸਰੀ ਤੋਂ ਬਲੱਡ ਕਲੌਟ ਦਾ ਮਾਮਲਾ ਸਾਹਮਣੇ ਆਇਆ। ਇਸ ਵਿਅਕਤੀ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਈ ਗਈ ਸੀ, ਜਿਸ ਤੋਂ ਬਾਅਦ ਉਸਦੇ ਬਲੱਡ ਕਲੌਟ ਬਣੇ। ਇਸ ਵਿਅਕਤੀ ਵੱਲੋਂ ਹੁਣ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਵੈਕਸੀਨ ਲਗਵਾਉਂਦੇ ਨੇ ਕੁਝ ਦਿਨ ਉਸ ਸਿੰਪਟਮਸ ਦੇ ਵੱਲ ਖਾਸ ਤੌਰ ਦੇ ਉੱਪਰ ਧਿਆਨ ਦੇਣ। ਸਾਊਥ ਸਰੀ ਤੋਂ ਬਲੱਡ ਕਲੌਟ ਦਾ ਮਾਮਲਾ ਸਾਹਮਣੇ ਆਇਆ। ਇਸ ਵਿਅਕਤੀ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਇਆ ਗਿਆ ਸੀ, ਜਿਸ ਤੋਂ ਬਾਅਦ ਉਸਦੇ ਬਲੱਡ ਕਲੌਟ ਬਣੇ। ਇਸ ਵਿਅਕਤੀ ਵੱਲੋਂ ਬਾਕੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਤੁਸੀਂ ਐਸਟ੍ਰਾਜੈਨੇਕਾ ਵੈਕਸੀਨ ਲਗਾਉਂਦੇ ਹੋ ਤਾਂ ਤੁਹਾਨੂੰ ਜੇਕਰ ਸਿੰਪਟਮਸ ਆਉਣ ਤਾਂ ਉਸ ਦਾ ਜ਼ਰੂਰ ਧਿਆਨ ਰੱਖੋ। ਜੋ ਹੈਲਥ ਆਫੀਸ਼ੀਅਲਸ ਦੇ ਵੱਲੋਂ ਰეკਮੈਂਡ ਕੀਤਾ ਜਾ ਰਿਹਾ ਹੈ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ। ਇਹ ਕਹਿਣਾ ਹੈ ਸਾਊਥ ਸਰੀ ਦੇ ਉਸ ਵਿਅਕਤੀ ਦਾ ਜਿਸ ਦੇ ਬਲੱਡ ਕਲੌਟ ਬਣੇ ਨੇ। ਓਨਟਾਰੀਓ ਪਬਲਿਕ ਹੈਲਥ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਐਸਟ੍ਰਾਜੈਨੇਕਾ ਟੀਕਾ ਲਗਾਇਆ ਜਾਂਦਾ ਹੈ ਉਹਨਾਂ 60,000 ਲੋਕਾਂ ਦੇ ਵਿੱਚੋਂ ਇੱਕ ਦੇ ਬਲੱਡ ਕਲੌਟ ਬਣਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। BC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਵੈਕਸੀਨ ਲਗਵਾਉਣ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 4 ਤੋਂ 20 ਦਿਨਾਂ ਦੇ ਦੌਰਾਨ ਆਪਣੇ ਸਿੰਪਟਮਸ ਨੂੰ ਜ਼ਰੂਰ ਧਿਆਨ ਵਿੱਚ ਰੱਖਣ। ਜੇਕਰ ਤੁਹਾਨੂੰ ਸਿਰ ਦਰਦ, ਹਿੱਲਣ ਦੇ ਵਿੱਚ ਜਾਣੀ ਕਿ ਮੂਵ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ, ਧੁੰਦਲਾ ਨਜ਼ਰ ਆਉਂਦਾ ਹੈ, ਬੋਲਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ, ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ, ਚੈਸਟ ਪੇਨ ਹੁੰਦੀ ਹੈ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਦਰਦ ਮਹਿਸੂਸ ਹੁੰਦੀ ਹੈ, ਬਾਹਾਂ ਅਤੇ ਲੱਤਾਂ ਦੇ ਵਿੱਚ ਸੋਜ ਪੈਂਦੀ ਹੈ ਤਾਂ ਇਹਨਾਂ ਸਿੰਪਟਮਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ। ਸਾਊਥ ਸਰੀ ਦੇ ਜਿਸ ਵਿਅਕਤੀ ਦੇ ਬਲੱਡ ਕਲੌਟ ਦਾ ਮਾਮਲਾ ਸਾਹਮਣੇ ਆਇਆ ਉਸ ਵੱਲੋਂ ਅਪ੍ਰੈਲ 5 ਨੂੰ ਵੈਕਸੀਨ ਲਗਵਾਇਆ ਗਿਆ ਸੀ। ਅਪ੍ਰੈਲ 30 ਨੂੰ ਉਸ ਨੂੰ ਸਿੰਪਟਮ ਮਹਿਸੂਸ ਹੋਣ ਲੱਗੇ। ਉਸ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਿਅਕਤੀ ਵੱਲੋਂ ਡਾਕਟਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਹੈ ਕਿ ਉਸ ਨਾਲ ਅਜਿਹਾ ਜਾਣੀ ਕਿ ਜੋ ਉਹਨੂੰ ਦਿੱਕਤਾਂ ਸਾਹਮਣੇ ਆ ਰਹੀਆਂ ਸਨ ਉਹ ਕਿਉਂ ਹੋ ਰਿਹਾ ਸੀ। ਸਰੀ ਦੇ ਨਿਊਟਨ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀਆਂ ਚੱਲੀਆਂ ਹਨ। RCMP ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਘਰ ਦੇ ਵੱਲ ਗੋਲੀਆਂ ਚਲਾਈਆਂ ਗਈਆਂ। ਇਸ ਦਾ ਸੰਬੰਧ ਲੋਅਰ ਮੇਨਲੈਂਡ ਦੇ ਵਿੱਚ ਜੋ ਗੈਂਗ ਕੌਨਫਲਿਕਟ ਹੋ ਰਹੀ ਹੈ ਉਸ ਦੇ ਨਾਲ ਨਹੀਂ ਹੈ। ਇਹ ਜਾਣਕਾਰੀ ਵੀ RCMP ਵੱਲੋਂ ਸਾਂਝੀ ਕੀਤੀ ਗਈ ਹੈ। ਸਰੀ ਦੇ ਨਿਊਟਨ ਏਰੀਆ ਦੇ ਵਿੱਚ ਗੋਲੀਆਂ ਚੱਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਸਰੀ RCMP ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ RCMP ਨੂੰ ਤੜਕੇ 1 ਵਜੇ ਦੇ ਕਰੀਬ 64A ਐਵੀਨਿਊ ਦੇ 13,500 ਬਲਾਕ ਤੋਂ ਗੋਲੀਬਾਰੀ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲਿਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੀ। RCMP ਨੂੰ ਇੱਥੇ ਪਹੁੰਚਣ ਤੇ ਪਤਾ ਚੱਲਿਆ ਹੈ ਕਿ ਗੋਲੀਆਂ ਘਰ ਦੇ ਵੱਲ ਚਲਾਈਆਂ ਗਈਆਂ ਸਨ। ਰਾਹਤ ਦੀ ਖਬਰ ਹੈ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਕਾਰਨ ਕਿਸੇ ਦੇ ਕੋਈ ਵੀ ਸੱਟਾਂ ਜਾਂ ਫਿਰ ਇੰਜਰੀਜ਼ ਨਹੀਂ ਆਈਆਂ। ਇਸ ਇਲਾਕੇ ਦੇ ਵਿੱਚ ਗੋਲੀਆਂ ਕਿਉਂ ਚਲਾਈਆਂ ਗਈਆਂ, ਇਸ ਦੇ ਪਿੱਛੇ ਦਾ ਕੀ ਮਕਸਦ ਸੀ, ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿਉਂਕਿ RCMP ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। RCMP ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੋ ਲੋਅਰ ਮੇਨਲੈਂਡ ਦੇ ਵਿੱਚ ਗੈਂਗ ਕੌਨਫਲਿਕਟ ਚੱਲ ਰਹੀ ਹੈ ਉਸ ਦਾ ਇਸ ਘਟਨਾ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਹੁਣ ਤੱਕ ਇਸ ਘਟਨਾ ਦੀ ਜਿੰਨੀ ਪੜਤਾਲ ਕੀਤੀ ਗਈ ਉਸ ਦਾ ਕੋਈ ਵੀ ਸੰਬੰਧ ਲੋਅਰ ਮੇਨਲੈਂਡ ਦੇ ਵਿੱਚ ਹੋ ਰਹੀ ਗੈਂਗ ਕੌਨਫਲਿਕਟ ਦੇ ਨਾਲ ਜੁੜਦਾ ਹੋਇਆ ਨਹੀਂ ਦਿਖਾਈ ਦਿੱਤਾ। ਸਰੀ RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਹੈ ਤਾਂ 6045990502 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਨਾਲ ਹੀ ਕ੍ਰਾਈਮ ਸਟਾਪਰਸ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਤਾਂ ਕਿ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਕੈਨੇਡਾ ਦੇ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਹੜੇ ਮੁੜ ਤੋਂ ਆਪਣੇ ਦਫ਼ਤਰਾਂ ਦੇ ਵਿੱਚ ਵਾਪਸੀ ਨਹੀਂ ਕਰਨਾ ਚਾਹੁੰਦੇ। ਜੀ ਹਾਂ, ਇਸ ਦੇ ਨਾਲ ਸੰਬੰਧਿਤ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਕੈਨੇਡੀਅਨਸ ਜ਼ਿਆਦਾਤਰ ਇਹ ਚਾਹੁੰਦੇ ਨੇ ਕਿ ਦਫ਼ਤਰ ਦੇ ਵਿੱਚ ਨਾ ਜਾਇਆ ਜਾਵੇ, ਘਰ ਤੋਂ ਹੀ ਆਪਣਾ ਕੰਮ ਜਾਰੀ ਰੱਖਿਆ ਜਾਵੇ। ਇਸ ਦੇ ਵਿੱਚ ਕੁਝ ਫੀਸਦੀ ਗਿਣਤੀ ਅਜਿਹੀ ਵੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਬੌਸ ਨੇ ਕਿਹਾ ਕਿ ਦਫ਼ਤਰ ਆ ਕੇ ਕੰਮ ਕਰੋ ਤਾਂ ਫਿਰ ਉਹ ਇਸ ਦੀ ਬਜਾਏ ਕੋਈ ਹੋਰ ਨੌਕਰੀ ਲੱਭ ਲੈਣਗੇ ਕਿਉਂਕਿ ਉਹ ਘਰ ਤੋਂ ਹੀ ਕੰਮ ਕਰਨਾ ਚਾਹੁੰਦੇ ਹਨ। ਕੈਨੇਡੀਅਨਸ ਨੂੰ ਦਫ਼ਤਰਾਂ ਦੇ ਵਿੱਚ ਵਾਪਸੀ ਕਰਨ ਦੀ ਕੋਈ ਵੀ ਕਾਹਲੀ ਨਹੀਂ ਹੈ। ਚਾਹੇ ਕੈਨੇਡਾ ਦੇ ਵਿੱਚ ਕਰੋਨਾ ਦੇ ਮਾਮਲੇ ਘਟ ਰਹੇ ਹਨ, ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘਟ ਹੋ ਰਹੀ ਹੈ, ਪਰ ਫਿਰ ਵੀ ਕੈਨੇਡੀਅਨਸ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਕੰਮ ਕਰਨ ਦੀ ਜਲਦੀ ਨਹੀਂ ਹੈ। ਇਹ ਖੁਲਾਸਾ ਇੱਕ ਸਰਵੇ ਦੇ ਵਿੱਚ ਹੋਇਆ। ਜੀ ਹਾਂ, ਲੇਜਰ ਐਂਡ ਦ ਐਸੋਸੀਏਸ਼ਨ ਫਾਰ ਕੈਨੇਡਾ ਵੱਲੋਂ ਇੱਕ ਪੋਲ ਕਰਵਾਇਆ ਗਿਆ। ਇਸ ਪੋਲ ਦੇ ਵਿੱਚ ਪਤਾ ਚੱਲਿਆ ਹੈ ਕਿ 82% ਲੋਕ ਅਜਿਹੇ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਘਰ ਤੋਂ ਕੰਮ ਕਰਨਾ, ਜਾਣੀ ਕਿ ਦਫ਼ਤਰ ਦਾ ਕੰਮ ਘਰ ਤੋਂ ਕਰਨਾ ਪੋਜ਼ਿਟਿਵ ਹੈ। 20% ਕੈਨੇਡੀਅਨਸ ਅਜਿਹੇ ਨੇ ਜਿਹੜੇ ਆਫਿਸ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਨੇ। 17% ਅਜਿਹੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਘਰੋਂ ਕੰਮ ਕਰਨਾ ਕਾਫੀ ਨੈਗੇਟਿਵ ਹੈ। ਇਸ ਸਰਵੇ ਤੋਂ ਇਹ ਵੀ ਪਤਾ ਚੱਲਿਆ ਹੈ ਕਿ 60% ਕੈਨੇਡੀਅਨਸ ਦਾ ਮੰਨਣਾ ਹੈ ਕਿ ਉਹ ਆਫਿਸ ਦੇ ਵਿੱਚ ਜੇਕਰ ਵਾਪਸੀ ਕਰਨਗੇ ਤਾਂ ਸਿਰਫ ਪਾਰਟ ਟਾਈਮ ਜੌਬ ਦੇ ਵਾਸਤੇ। ਇੰਨਾ ਹੀ ਨਹੀਂ, 19% ਕੈਨੇਡੀਅਨਸ ਅਜਿਹੇ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਕਦੇ ਵੀ ਵਾਪਸੀ ਨਹੀਂ ਕਰਨਾ ਚਾਹੁੰਦੇ। ਇਹ ਵੀ ਖੁਲਾਸਾ ਇਸ ਪੋਲ ਤੋਂ ਹੀ ਹੋਇਆ। ਵੱਡੀ ਗਿਣਤੀ ਲੋਕਾਂ ਦਾ ਮੰਨਣਾ ਹੈ ਕਿ ਘਰ ਤੋਂ ਕੰਮ ਕਰਨਾ ਸੌਖਾ ਹੈ, ਇਸ ਦੇ ਨਾਲ ਪੈਸੇ ਦੀ ਬਚਤ ਹੁੰਦੀ ਹੈ ਤੇ ਕੰਮ ਵੀ ਵਧੀਆ ਹੁੰਦਾ ਹੈ। 35% ਕੈਨੇਡੀਅਨਸ ਅਜਿਹੇ ਨੇ, ਉਹਨਾਂ ਨੇ ਪੋਲ ਦੇ ਵਿੱਚ ਕਿਹਾ ਕਿ ਜੇਕਰ ਸਾਡੇ ਬੌਸ ਕਹਿਣਗੇ ਕਿ ਦਫ਼ਤਰ ਦੇ ਵਿੱਚ ਵਾਪਸੀ ਕਰੋ ਤਾਂ ਅਸੀਂ ਇਸ ਦੀ ਬਜਾਏ ਕੋਈ ਹੋਰ ਕੰਮ ਲੱਭ ਲਾਂਗੇ ਜਿੱਥੇ ਅਸੀਂ ਘਰ ਤੋਂ ਕੰਮ ਜਾਰੀ ਰੱਖ ਸਕੀਏ। ਇਸ ਸਰਵੇ 1647 ਕੈਨੇਡੀਅਨਸ ਅਤੇ 1002 ਅਮਰੀਕਨਸ ਦੇ ਉੱਪਰ ਕੀਤਾ ਗਿਆ, ਜੋ ਕਿ ਮਈ 21 ਤੋਂ ਲੈ ਕੇ ਮਈ 23 ਦੇ ਵਿਚਕਾਰ ਕਰਵਾਇਆ ਗਿਆ, ਜਿਸ ਤੋਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਇੱਕ ਪਾਸੇ ਪ੍ਰੋਵਿੰਸ ਕਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਤੋਂ ਢਿੱਲਦੇ ਰਹੇ ਨੇ ਤੇ ਦੂਜੇ ਪਾਸੇ ਕੈਨੇਡੀਅਨਸ ਦਾ ਮੰਨਣਾ ਹੈ ਕਿ ਉਹ ਦਫ਼ਤਰ ਦੇ ਵਿੱਚ ਵਾਪਸੀ ਨਹੀਂ ਕਰਨਗੇ। ਇਸ ਹਫਤੇ ਕੈਨੇਡਾ ਨੂੰ ਕਿੰਨੀ ਵੈਕਸੀਨ ਮਿਲਣ ਵਾਲੀ ਹੈ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਮੋਡਰਨਾ ਅਤੇ ਫਾਈਜ਼ਰ ਵੱਲੋਂ ਕੈਨੇਡਾ ਨੂੰ ਇਸ ਹਫਤੇ 2 ਮਿਲੀਅਨ ਤੋਂ ਵੱਧ ਟੀਕੇ ਭੇਜੇ ਜਾਣਗੇ, ਜਿਸ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਨੂੰ ਇਸ ਹਫਤੇ ਕਿੰਨੀ ਵੈਕਸੀਨ ਮਿਲਣ ਵਾਲੀ ਹੈ, ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਕੈਨੇਡਾ ਨੂੰ ਇਸ ਹਫਤੇ ਫਾਈਜ਼ਰ ਅਤੇ ਮੋਡਰਨਾ ਦੇ 2.9 ਮਿਲੀਅਨ ਟੀਕੇ ਮਿਲਣ ਵਾਲੇ ਨੇ। ਮਈ ਮਹੀਨੇ ਦੌਰਾਨ ਦੋਨੋਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਕੈਨੇਡਾ ਨੂੰ 2 ਮਿਲੀਅਨ ਸ਼ਾਟਸ ਪ੍ਰਤੀ ਹਫਤੇ ਭੇਜੇ ਗਏ ਹਨ, ਪਰ ਹੁਣ ਵੈਕਸੀਨ ਦੀ ਡਿਲੀਵਰੀ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਇਸ ਹਫਤੇ 2 ਮਿਲੀਅਨ ਤੋਂ ਵੱਧ ਵੈਕਸੀਨ ਮਿਲਣ ਵਾਲੇ ਨੇ। ਸਰਕਾਰ ਨੂੰ ਜੂਨ ਮਹੀਨੇ ਦੇ ਆਖਿਰ ਤੱਕ ਐਸਟ੍ਰਾਜੈਨੇਕਾ ਵੈਕਸੀਨ ਦੇ ਹੋਰ 1 ਮਿਲੀਅਨ ਡੋਜ਼ ਮਿਲਣ ਦੀ ਉਮੀਦ ਹੈ। ਅਪ੍ਰੈਲ ਮਹੀਨੇ ਜੋ ਜੌਨਸਨ ਵੈਕਸੀਨ ਵੱਲੋਂ 3 ਲੱਖ ਡੋਜ਼ਸ ਭੇਜੀਆਂ ਗਈਆਂ ਸਨ, ਉਹਨਾਂ ਨੂੰ ਅਜੇ ਵੀ ਰਿਵਿਊ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਹੈਲਥ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦੀ ਐਕਸਪਾਇਰੀ ਡੇਟ ਨੂੰ ਵਧਾਇਆ ਗਿਆ। ਜੋ ਟੀਕੇ ਮਈ 31 ਨੂੰ ਐਕਸਪਾਇਰ ਹੋਣੇ ਸਨ, ਉਹਨਾਂ ਦੀ ਮਿਆਦ ਨੂੰ ਅੱਗੇ ਵਧਾ ਕੇ ਜੂਨ 1 ਕੀਤਾ ਗਿਆ। ਕੁਝ ਸੂਬਿਆਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਸ਼ਾਟ ਲਗਾਉਣ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾਈ ਗਈ ਹੈ, ਕਿਉਂਕਿ ਇਸ ਦੇ ਨਾਲ ਬਲੱਡ ਕਲੌਟ ਦਾ ਮਾਮਲਾ ਜੁੜਿਆ ਹੋਇਆ ਹੈ। ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ ਹੁਣ ਤੱਕ 5 ਜਾਣਿਆਂ ਦੀ ਬਲੱਡ ਕਲੌਟ ਦੇ ਕਾਰਨ ਜਾਨ ਚਲੀ ਗਈ। ਇਹਨਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਾਇਆ ਗਿਆ ਸੀ। ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 12 ਸਾਲ ਦੀ ਲੜਕੀ ਵੱਲੋਂ ਵੈਕਸੀਨ ਦੀ ਅਪਾਇੰਟਮੈਂਟ ਬੁੱਕ ਕਰਵਾਈ ਗਈ, ਪਰ ਉਸ ਨੂੰ ਫਾਈਜ਼ਰ ਦੀ ਬਜਾਏ ਮੋਡਰਨਾ ਵੈਕਸੀਨ ਲਗਾ ਦਿੱਤਾ ਗਿਆ। ਇਸ ਲੜਕੀ ਵੱਲੋਂ ਅਤੇ ਇਸ ਦੀ ਮਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜੋ ਵੈਕਸੀਨ ਲਗਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਫਾਈਜ਼ਰ ਦੀ ਬਜਾਏ ਮੋਡਰਨਾ ਵੈਕਸੀਨ ਲਗਾਈ ਗਈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 12 ਸਾਲਾ ਬੱਚੀ ਨੂੰ ਗਲਤ ਟੀਕਾ ਲਗਾ ਦਿੱਤਾ ਗਿਆ। ਜੀ ਹਾਂ, ਇਸ ਬੱਚੀ ਨੂੰ ਫਾਈਜ਼ਰ ਵੈਕਸੀਨ ਦੀ ਜਗ੍ਹਾ ਮੋਡਰਨਾ ਵੈਕਸੀਨ ਲਗਾ ਦਿੱਤੀ ਗਈ। ਵੈਨਕੂਵਰ ਦੇ ਨਾਲ ਸੰਬੰਧਿਤ ਟੀਨੇਜਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਸ ਨੂੰ ਫਾਈਜ਼ਰ ਵੈਕਸੀਨ ਦੀ ਬਜਾਏ ਮੋਡਰਨਾ ਵੈਕਸੀਨ ਲਗਾਈ ਗਈ। 13 ਸਾਲਾ ਨੂਰਾ ਆਪਣੀ ਵੈਕਸੀਨ ਦੇ ਵਾਸਤੇ ਕਾਫੀ ਜ਼ਿਆਦਾ ਉਤਸ਼ਾਹਿਤ ਸੀ। ਉਸ ਵੱਲੋਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਈ ਗਈ। ਇਹ ਬੱਚੀ ਆਪਣੀ ਮਾਂ ਅਤੇ ਭਰਾ ਦੇ ਨਾਲ ਵੈਕਸੀਨੇਸ਼ਨ ਸੈਂਟਰ ਦੇ ਵਿੱਚ ਗਈ। ਨਰਸ ਵੱਲੋਂ ਉਸ ਨੂੰ ਮੋਡਰਨਾ ਵੈਕਸੀਨ ਲਗਾਉਣ ਦੇ ਬਾਰੇ ਵਿੱਚ ਕਿਹਾ ਗਿਆ। ਨੂਰਾ ਨੂੰ ਲੱਗਿਆ ਕਿ ਸ਼ਾਇਦ ਮੋਡਰਨਾ ਵੈਕਸੀਨ ਨੂੰ ਵੀ ਅਪਰੂਵ ਕੀਤਾ ਜਾ ਚੁੱਕਿਆ ਹੈ।
ਨੂਰਾ ਦੀ ਮਾਂ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਵਿਚਾਰਾਂ ਦੀ ਸਾਂਝ ਪਾਈ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਨਰਸ ਵੱਲੋਂ ਗਲਤੀ ਦੇ ਨਾਲ ਫਾਈਜ਼ਰ ਦੀ ਬਜਾਏ ਮੋਡਰਨਾ ਵੈਕਸੀਨ ਲਗਾ ਦਿੱਤੀ ਗਈ। ਉਹਨਾਂ ਵੱਲੋਂ ਇਸ ਨੂੰ ਗਲਤ ਦੱਸਿਆ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਵੈਕਸੀਨ ਲਗਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਕਿਸੇ ਨੂੰ ਦੂਸਰਾ ਵੈਕਸੀਨ ਲਗਾ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਵੈਨਕੂਵਰ ਕੋਸਟਲ ਹੈਲਥ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਨੂਰਾ ਅਜਿਹੀ ਪਹਿਲੀ ਟੀਨੇਜਰ ਨਹੀਂ ਹੈ ਜਿਸ ਨੂੰ ਫਾਈਜ਼ਰ ਦੀ ਬਜਾਏ ਮੋਡਰਨਾ ਟੀਕਾ ਲਗਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਉਹਨਾਂ ਵੱਲੋਂ ਕਿਹਾ ਗਿਆ ਕਿ ਮੋਡਰਨਾ ਵੈਕਸੀਨ ਅਜੇ ਕੈਨੇਡਾ ਵੱਲੋਂ ਅਪਰੂਵ ਤਾਂ ਨਹੀਂ ਕੀਤਾ ਗਿਆ, ਪਰ ਇਹ ਵੈਕਸੀਨ ਵੀ 12 ਸਾਲ ਤੋਂ 17 ਸਾਲ ਵਾਲਿਆਂ ਦੇ ਉੱਪਰ ਸਹੀ ਸਾਬਤ ਹੁੰਦਾ ਹੈ। ਮੈਡੀਕਲ ਹੈਲਥ ਆਫੀਸਰਸ ਦੇ ਮੁਤਾਬਕ ਇਹ ਟੀਕਾ ਬੱਚਿਆਂ ਦੇ ਉੱਪਰ ਹਾਰਮਫੁਲ ਨਹੀਂ ਹੈ। ਫਿਲਹਾਲ ਕੈਨੇਡਾ ਦੇ ਵਿੱਚ ਇਸ ਸਮੇਂ ਫਾਈਜ਼ਰ ਵੈਕਸੀਨ ਨੂੰ 12 ਸਾਲ ਤੋਂ 17 ਸਾਲ ਵਾਲਿਆਂ ਦੇ ਲਈ ਅਪਰੂਵ ਕੀਤਾ ਗਿਆ ਹੈ। ਮੋਡਰਨਾ ਵੈਕਸੀਨ ਨੂੰ ਅਜੇ ਇਸ ਉਮਰ ਵਰਗ ਦੇ ਲਈ ਅਪਰੂਵ ਕੀਤਾ ਜਾਣਾ ਬਾਕੀ ਹੈ। ਮੈਨੀਟੋਬਾ ਤੋਂ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਕਦੋਂ ਤੇ ਕਿਸ ਤਰ੍ਹਾਂ ਦੂਸਰੀ ਡੋਜ਼ ਦੇ ਵਾਸਤੇ ਅਪਾਇੰਟਮੈਂਟ ਲਈ ਜਾ ਸਕਦੀ ਹੈ। ਮੈਨੀਟੋਬਾ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਗਿਆ, ਉਹਨਾਂ ਨੂੰ ਫਾਈਜ਼ਰ ਜਾਂ ਫਿਰ ਮੋਡਰਨਾ ਦਾ ਦੂਸਰਾ ਸ਼ਾਟ ਦਿੱਤਾ ਜਾਵੇਗਾ। ਮੈਨੀਟੋਬਾ ਤੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਮੈਨੀਟੋਬਾ ਵਾਸੀਆਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਗਿਆ ਸੀ, ਉਹਨਾਂ ਨੂੰ ਹੁਣ ਫਾਈਜ਼ਰ ਮੋਡਰਨਾ ਦਾ ਦੂਸਰਾ ਡੋਜ਼ ਦਿੱਤਾ ਜਾਵੇਗਾ। ਮੈਨੀਟੋਬਾ ਦੇ ਹੈਲਥ ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਗਿਆ, ਉਹ ਦੂਸਰਾ ਡੋਜ਼ ਫਾਈਜ਼ਰ ਅਤੇ ਮੋਡਰਨਾ ਦਾ ਲਗਵਾ ਸਕਦੇ ਨੇ। ਪ੍ਰੋਵਿੰਸ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਜਿਨ੍ਹਾਂ ਵੱਲੋਂ ਅਪ੍ਰੈਲ 8 ਤੋਂ ਪਹਿਲਾਂ ਇਹ ਵੈਕਸੀਨ ਲਗਾਇਆ ਗਿਆ, ਉਹ ਸੈਕੰਡ ਡੋਜ਼ ਦੇ ਲਈ ਐਲੀਜੀਬਲ ਹੋਣਗੇ। ਸਪੇਨ ਵੱਲੋਂ ਜੋ ਮਿਕਸ ਐਂਡ ਮੈਚ ਵੈਕਸੀਨ ਦੇ ਨਾਲ ਸੰਬੰਧਿਤ ਸਟੱਡੀ ਸਾਂਝੀ ਕੀਤੀ ਗਈ ਸੀ, ਉਸ ਤੋਂ ਬਾਅਦ ਪ੍ਰੋਵਿੰਸ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਦੂਸਰਾ ਡੋਜ਼ ਫਾਈਜ਼ਰ ਅਤੇ ਮੋਡਰਨਾ ਦਾ ਲਗਾਇਆ ਜਾਵੇਗਾ। ਪ੍ਰੋਵਿੰਸ ਦੇ ਵਿੱਚ ਅਪਾਇੰਟਮੈਂਟ ਆਨਲਾਈਨ ਜਾਂ ਫਿਰ ਕਾਲ ਦੇ ਰਾਹੀਂ ਬੁੱਕ ਕੀਤੀ ਜਾ ਸਕਦੀ ਹੈ। 1844-626-8222 ਦੇ ਉੱਪਰ ਕਾਲ ਕਰਕੇ ਬੁਕਿੰਗ ਕਰਵਾਈ ਜਾ ਸਕਦੀ ਹੈ। ਹੈਲਥ ਆਫੀਸ਼ੀਅਲਸ ਦੇ ਮੁਤਾਬਕ ਜਿਨ੍ਹਾਂ ਵੱਲੋਂ ਅਪ੍ਰੈਲ 13 ਤੋਂ ਪਹਿਲਾਂ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ, ਉਹ ਆਪਣੀ ਦੂਸਰੀ ਡੋਜ਼ ਦੇ ਵਾਸਤੇ ਅਪਾਇੰਟਮੈਂਟ ਲੈ ਸਕਦੇ ਨੇ। ਇੰਡੀਜੀਅਸ ਪੀਪਲ ਵੀ ਇਸ ਦੇ ਵਾਸਤੇ ਐਲੀਜੀਬਲ ਹੋਣਗੇ। ਮਿਸੀਸਾਗਾ ਦੇ ਵਿੱਚ ਗੋਲੀ ਚੱਲੀ ਤੇ ਇਸ ਘਟਨਾ ਦੇ ਪੀੜਤ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਇਸ ਘਟਨਾ ਦੇ ਵਿੱਚ ਜੋ ਪੀੜਤ ਹੈ, ਜਾਨੀ ਵਿਕਟਮ ਹੈ, ਉਸ ਦੀ ਪਹਿਚਾਣ 25 ਸਾਲਾ ਰੈਸਟੋਰੈਂਟ ਮਾਲਕ ਦੇ ਪੁੱਤਰ ਦੇ ਤੌਰ ਤੇ ਉੱਪਰ ਕੀਤੀ ਗਈ ਹੈ। ਦੱਸਿਆ ਗਿਆ ਕਿ ਇੱਥੇ ਰੈਸਟੋਰੈਂਟ ਦੇ ਅੰਦਰ ਅਚਾਨਕ ਇੱਕ ਆਦਮੀ ਦਾਖਲ ਹੋ ਗਿਆ, ਜਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ 25 ਸਾਲਾ ਲੜਕੇ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਮਿਸੀਸਾਗਾ ਦੇ ਵਿੱਚ ਜੋ ਗੋਲੀ ਚੱਲੀ, ਉਸ ਦੀ ਪੀੜਤ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਇਸ ਘਟਨਾ ਦੇ ਵਿਕਟਮ ਦੀ ਪਹਿਚਾਣ ਮਿਸੀਸਾਗਾ ਦੇ ਰੈਸਟੋਰੈਂਟ ਦੇ ਮਾਲਕ ਦੇ ਪੁੱਤਰ ਦੇ ਤੌਰ ਦੇ ਉੱਪਰ ਕੀਤੀ ਗਈ ਹੈ, ਜਿਸ ਦੀ ਉਮਰ 25 ਸਾਲ ਦੱਸੀ ਗਈ। ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਸ਼ਾਮ ਨੂੰ 7:15 ਦੇ ਕਰੀਬ ਪੁਲਿਸ ਨੂੰ ਚਿਕਨ ਲੈਂਡ ਰੈਸਟੋਰੈਂਟ ਦੇ ਨੇੜੇ ਬੁਲਾਇਆ ਗਿਆ ਸੀ। ਦੱਸਿਆ ਗਿਆ ਕਿ ਅਚਾਨਕ ਇੱਕ ਆਦਮੀ ਰੈਸਟੋਰੈਂਟ ਦੇ ਵਿੱਚ ਦਾਖਲ ਹੋ ਗਿਆ, ਜਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਘਟਨਾ ਵਾਲੀ ਥਾਂ ਦੇ ਉੱਪਰ ਰੈਸਟੋਰੈਂਟ ਦਾ ਮਾਲਕ, ਉਸ ਦੀ ਪਤਨੀ, 2 ਬੱਚੇ ਅਤੇ ਇੱਕ ਕਰਮਚਾਰੀ ਸੀ। ਇਸ ਘਟਨਾ ਦੇ ਵਿੱਚ 25 ਸਾਲਾ ਲੜਕੇ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਬਾਕੀ 4 ਜਾਣੇ ਜ਼ਖਮੀ ਹੋਏ, ਜਿਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਅਜੇ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਘਟਨਾ ਟਾਰਗੇਟਡ ਸੀ ਜਾਂ ਫਿਰ ਨਹੀਂ। ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ 9054532121 ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਪਰ ਰਾਬਤਾ ਕਾਇਮ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ 14 ਸਾਲਾ ਲੜਕੇ ਦੀ ਸਸਪੈਕਟਡ ਓਵਰਡੋਜ਼ ਦੇ ਕਾਰਨ ਜਾਨ ਚਲੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ तमाम ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਜੇਕਰ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇ। ਫਿਲਹਾਲ ਇਸ ਦੇ ਨਾਲ ਸੰਬੰਧਿਤ ਬਾਕੀ ਡਿਟੇਲ ਸਾਂਝੀਆਂ ਨਹੀਂ ਕੀਤੀਆਂ ਗਈਆਂ। ਮਾਮਲਾ ਸਰੀ ਤੋਂ ਸਾਹਮਣੇ ਆਇਆ, ਜਿੱਥੇ 14 ਸਾਲਾ ਲੜਕੇ ਦੀ ਜਾਨ ਸਸਪੈਕਟਡ ਓਵਰਡੋਜ਼ ਜਾਣੀ ਕਿ ਸ਼ੱਕੀ ਓਵਰਡੋਜ਼ ਦੇ ਕਾਰਨ ਹੋ ਗਈ। RCMP ਅਤੇ ਬ੍ਰਿਟਿਸ਼ ਕਾਰਨਰ ਸਰਵਿਸਿਜ਼ ਦੇ ਵੱਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
ਕੈਂਪਬੈਲ ਰਿਵਰ RCMP ਅਤੇ ਬ੍ਰਿਟਿਸ਼ ਕੋਲੰਬੀਆ ਕਾਰਨਰ ਸਰਵਿਸਿਜ਼ ਦੇ ਵੱਲੋਂ 14 ਸਾਲਾ ਲੜਕੇ ਦੀ ਮੌਤ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਲੜਕੇ ਦੀ ਜਾਨ ਮਈ 29 ਨੂੰ ਚਲੀ ਗਈ। RCMP ਵੱਲੋਂ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹਨਾਂ ਵੱਲੋਂ ਲੜਕੇ ਦੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਗਈ ਹੈ। ਇਸ ਸੰਬੰਧੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਕੈਂਪਬੈਲ ਰਿਵਰ RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ 2502866221 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ। ਫਿਲਹਾਲ ਪੁਲਿਸ ਵੱਲੋਂ ਇਸ ਸੰਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ਦੀ ਤਹਿ ਤੱਕ ਜਾਣ ਤੋਂ ਬਾਅਦ ਉਹਨਾਂ ਵੱਲੋਂ ਬਾਕੀ ਦੀ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇਗੀ। ਫਿਲਹਾਲ RCMP ਅਤੇ ਬ੍ਰਿਟਿਸ਼ ਕੋਲੰਬੀਆ ਕਾਰਨਰ ਸਰਵਿਸਿਜ਼ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘਟਦੀ ਹੋਈ ਦਿਖਾਈ ਦੇ ਰਹੀ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਘੱਟ ਕੋਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਹੋ ਰਹੇ ਨੇ। ਓਨਟਾਰੀਓ ਤੋਂ ਅੱਜ 1000 ਤੋਂ ਘੱਟ ਮਾਮਲੇ ਸਾਹਮਣੇ ਆਏ। ਬਾਕੀ ਕੈਨੇਡਾ ਦੇ ਕੀ ਕੋਰੋਨਾ ਵਾਇਰਸ ਦੇ ਹਾਲਾਤ ਨੇ, ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਦੇਵਾਂਗੇ। ਦੱਸਾਂਗੇ ਕੀ ਹੈ ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1000 ਤੋਂ ਘੱਟ ਮਾਮਲੇ ਸਾਹਮਣੇ ਆਏ। ਜੀ ਹਾਂ, 24 ਘੰਟਿਆਂ ਦੌਰਾਨ 916 ਮਾਮਲਿਆਂ ਦੀ ਪੁਸ਼ਟੀ ਹੋਈ। अस्पताल ਦੇ ਵਿੱਚ 617 ਅਜਿਹੇ ਮਰੀਜ਼ ਨੇ ਜਿਹੜੇ ਇੰਟੈਂਸਿਵ ਕੇਅਰ ਅਧੀਨ ਹਨ। 382 ਮਰੀਜ਼ ਵੈਂਟੀਲੇਟਰ ਦੇ ਉੱਪਰ ਨੇ। ਮਿਨਿਸਟਰੀ ਆਫ ਹੈਲਥ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ 24 ਘੰਟਿਆਂ ਦੌਰਾਨ 13 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਦੇ ਨਾਲ ਹੁਣ ਤੱਕ ਦਾ ਪ੍ਰੋਵਿੰਸ ਦੇ ਵਿੱਚ ਮੌਤਾਂ ਦਾ ਅੰਕੜਾ 8757 ਹੋ ਗਿਆ। ਕਿਊਬੈਕ ਤੋਂ 24 ਘੰਟਿਆਂ ਦੌਰਾਨ 276 ਮਾਮਲੇ ਸਾਹਮਣੇ ਆਏ ਅਤੇ ਇੱਕ ਮੌਤ ਇਸ ਵਾਇਰਸ ਦੇ ਕਾਰਨ ਹੋਈ ਹੈ। ਹੁਣ ਤੱਕ ਇੱਥੇ 3,70,319 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਸੂਬੇ ਦੇ ਵਿੱਚ 11,128 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। अस्पताल ਦੇ ਵਿੱਚ 362 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ। ਇਹਨਾਂ ਵਿੱਚੋਂ 99 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 303 ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ। ਮੈਨੀਟੋਬਾ ਦੇ ਵਿੱਚ ਹੁਣ ਤੱਕ 1053 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹੁਣ ਤੱਕ ਕੁੱਲ 51,090 ਕੋਰੋਨਾ ਦੇ ਮਾਮਲੇ ਮੈਨੀਟੋਬਾ ਤੋਂ ਸਾਹਮਣੇ ਆ ਚੁੱਕੇ ਨੇ। ਕੈਨੇਡਾ ਤੋਂ ਹੁਣ ਤੱਕ 13.8 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,528 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 13.2 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ 215 ਬੱਚਿਆਂ ਦੇ ਮਾਮਲੇ ਦੇ ਵਿੱਚ ਦਿੱਤੀ ਜਾਣਕਾਰੀ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਧ ਤੱਕ ਚੁਕਾਏ ਗਏ ਝੰਡੇ। BC ਨੇ ਮਿਨੀਮਮ ਵੇਜ ਵਿੱਚ ਕੀਤਾ ਵਾਧਾ, ਔਰਤਾਂ ਨੂੰ ਵੀ ਇਸ ਕਦਮ ਦੇ ਨਾਲ ਹੋਵੇਗਾ ਫਾਇਦਾ। ਟਰੂਡੋ ਦਾ ਭਾਰਤ ਦੇ ਹਾਲਾਤਾਂ ਤੇ ਬਿਆਨ, ਭਾਰਤ ਨੂੰ ਮਦਦ ਭੇਜਣ ਦੇ ਬਾਰੇ ਕੀਤੀ ਗੱਲ। ਐਕਸਪ੍ਰੈਸ ਐਂਟਰੀ ਡਰਾਅ ਨੇ ਫਿਰ ਤੋੜੇ ਰਿਕਾਰਡ, 5000 ਤੋਂ ਵੱਧ ਉਮੀਦਵਾਰਾਂ ਦੀ ਜਾਗੀ ਕਿਸਮਤ। ਕੈਨੇਡਾ ਵਾਲੇ ਨਹੀਂ ਚਾਹੁੰਦੇ ਬਾਰਡਰ ਖੋਲ੍ਹਣਾ, ਪੋਲ ਦੇ ਵਿੱਚ ਹੋਇਆ ਇਸ ਗੱਲ ਦਾ ਖੁਲਾਸਾ। ਸਾਊਥ ਸਰੀ 'ਚ ਆਇਆ ਬਲੱਡ ਕਲੌਟ ਦਾ ਮਾਮਲਾ, ਵਿਅਕਤੀ ਨੇ ਦੱਸੀ ਬਾਕੀਆਂ ਨੂੰ ਖਾਸ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।